हाँ जी दोस्तों, ਅੱਜ ਆਪਾਂ ਗੱਲ ਕਰਨ ਲੱਗੇ ਹੈਗੇ ਆ ਚੀਕ ਬੇਰਾ ਦੀ। ਉਹਨਾਂ ਦਾ ਅੱਜ ਸ਼ਹੀਦੀ ਦਿਨ ਆ। 9 ਅਕਤੂਬਰ 1967 ਨੂੰ ਉਹ ਬਲੀਵੀਆ ਦੇ ਵਿੱਚ ਸ਼ਹੀਦ ਹੋ ਗਏ ਸੀ ਤੇ 54 ਸਾਲ ਹੋ ਗਏ ਉਹਨਾਂ ਨੂੰ ਗਿਆ। ਤੇ ਉਹ ਕਿਉਂ ਸ਼ਹੀਦ ਹੋ ਗਏ, ਕੀ ਕਰਦੇ ਸੀ, ਕੀ ਕਰਨਾ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ, ਉਹਨਾਂ ਨੂੰ ਯਾਦ ਕਿਉਂ ਕਰਨਾ ਚਾਹੀਦਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਧਿਆਨ ਮੰਗਦੀਆਂ ਨੇ। ਅਸੀਂ ਖਾਸ ਕਰ ਜਿਹੜੇ ਪੰਜਾਬ ਦੀ ਧਰਤੀ ਤੋਂ ਦੇ ਜੰਮ ਪਲੇ ਹਾਂ ਤੇ ਉਹਨਾਂ ਨੂੰ ਉਹਨਾਂ ਦਾ ਚੀਜ਼ ਦੇ ਨਾਲ ਜਿਹੜਾ ਹੈ ਉਹ ਲਗਾਵ ਹੋਣਾ, ਇਹਦੇ ਕੁਝ ਕਾਰਨ ਜਿਹੜੇ ਮੈਂ ਸਮਝਦਾ ਉਹ ਇਹ ਹੈਗੇ ਨੇ ਕਿ ਮੈਂ ਅਕਸਰ ਗੱਲ ਕਰਦਾ ਰਹਿਣਾ। ਇਹ ਵੈਸੇ ਕੋਈ ਪਹਿਲੀ ਵਾਰ ਨਹੀਂ ਕਰਨ ਲੱਗਾ ਕਿ ਸਾਨੂੰ ਭਗਤ ਸਿੰਘ ਬਹੁਤ ਪਿਆਰਾ, ਸਾਡੀ ਧਰਤੀ ਨੂੰ ਬਿਲੋਂਗ ਕਰਦਾ ਕਰਕੇ। ਪਰ ਜਿਹੋ ਜਿਹੇ ਵਿਚਾਰਾਂ ਨੂੰ ਲੈ ਕੇ, ਜਿਹੋ ਜਿਹੀ ਜੰਗ ਨੂੰ ਲੈ ਕੇ ਭਗਤ ਸਿੰਘ ਨੇ ਭਾਰਤ ਦੇ ਵਿੱਚ ਆਜ਼ਾਦੀ ਸੰਗਰਾਮ 'ਚ ਹਿੱਸਾ ਪਾਇਆ, ਉਸੇ ਹੀ ਤਰ੍ਹਾਂ ਦੀ ਸਾਮਰਾਜਵਾਦ ਦੇ ਖਿਲਾਫ ਜਿਹੜੀ ਜੰਗ ਚੀਕ ਬੇਰਾ ਨੇ ਲੜੀ। ਤੇ ਚੀਕ ਬੇਰਾ ਜਿਹੜਾ ਅਰਜਨਟੀਨਾ ਤੋਂ ਜੰਮਿਆ ਸੀ, ਪਰ ਉਹ ਆਪਣੀ ਜੰਮਣ ਭੋਏ ਨੂੰ ਛੱਡ ਕੇ ਦੂਜੇ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਵੀ ਉਹ ਕ੍ਰਾਂਤੀ ਦੇ ਲਈ ਲੜਦਾ ਰਿਹਾ। ਤੇ ਕਿਊਬਾ ਦੇ ਵਿੱਚ ਜਦੋਂ ਕ੍ਰਾਂਤੀ ਆ ਗਈ, ਜਦੋਂ ਉਹਨੇ ਆਪਣਾ ਮਿਸ਼ਨ ਸਫਲ ਕਰ ਲਿਆ, ਤੇ ਉਹ ਉੱਥੇ ਵੀ ਟੇਕੇ ਨਹੀਂ ਬੈਠਿਆ। ਹਾਲਾਂਕਿ ਹੁਣ ਸਰਕਾਰ ਸੀ, ਉੱਥੇ ਮੰਤਰੀ ਬਣ ਚੁੱਕਾ ਸੀ ਤੇ ਉਹ ਆਪਣੀ ਬਾਕੀ ਦੀ ਜਿਹੜੀ ਜ਼ਿੰਦਗੀ ਆ ਉਹ ਵਧੀਆ ਬਤੀਤ ਕਰ ਸਕਦਾ ਸੀ। ਪਰ ਉਸ ਨੂੰ ਲੱਗਿਆ ਕਿ ਉਹਦੀ ਜਿਹੜੀ ਜੰਗ ਆ ਉਹ ਉੱਥੇ ਨਹੀਂ ਖਤਮ ਹੋ ਗਈ ਤੇ ਉੱਥੇ ਜਿਹੜੇ ਸਾਥੀ ਹੋਰ ਜਿਹੜੇ ਉਹਦੇ ਨਾਲ ਦੇ ਸੀਗੇ, ਫਿਡਲ ਕਾਸਟਰੋ, ਰਾਹੁਲ ਕਾਸਟਰੋ, ਹੋਰ ਕਿ ਉਹ ਚਲਾਉਣਗੇ ਦੇਸ਼ ਨੂੰ, ਤੇ ਉਹ ਅੱਗੇ ਨਿਕਲ ਜਾਂਦਾ ਆ। ਤੇ ਆਖਰ ਉਹ ਬਲੀਵੀਆ ਦੇ ਵਿੱਚ ਇਹ ਤਿਆਰੀਆਂ ਕਰਦਾ ਹੋਇਆ ਸੰਘਰਸ਼ ਦੇ ਪਿੜ ਵਿੱਚ ਜਿਹੜਾ ਉਹ ਸ਼ਹੀਦ ਹੁੰਦਾ ਹੈ। ਤੇ ਇਸ ਲਈ ਉਹਦਾ ਜਿਹੜਾ ਮੋਹ ਹੈ ਤੇ ਉਹ ਆਪਣੀ ਧਰਤੀ ਦੇ ਲੋਕਾਂ ਦਾ ਇਸ ਕੜੀ ਦੇ ਨਾਲ ਵੀ ਦੇਖਿਆ ਜਾ ਸਕਦਾ। ਦੂਸਰੀ ਕੜੀ ਹੈਗੀ ਆ ਸਮਾਜਵਾਦੀ ਗੱਲ ਕਰਨੀ। ਤੇ ਮੈਂ ਖੁਦ ਜਿਹੜਾ ਖੱਬੀ ਲਹਿਰ ਨਾਲ ਸੰਬੰਧਿਤ ਰਿਹਾ ਸ਼ੁਰੂ ਤੋਂ। ਸਾਡਾ ਪਰਿਵਾਰਕ ਜਿਹੜਾ ਪਿਛੋਕੜ ਹੈ, ਮੇਰੇ ਪਿਤਾ ਜੀ ਤੇ ਹੋਰ, ਇਸ ਕਰਕੇ ਉਹਦਾ ਘਰ ਦੇ ਵਿੱਚ ਮਾਹੌਲ ਇਹੋ ਜਿਹਾ ਰਿਹਾ, ਕਿਤਾਬਾਂ ਇਹੋ ਜਿਹੀਆਂ ਪੜ੍ਹਨ ਨੂੰ ਮਿਲੀਆਂ ਨੇ ਛੋਟਿਆਂ ਤੋਂ, ਤੇ ਉਹਨਾਂ ਦਾ ਅਸਰ ਪੈਂਦਾ। ਤੇ ਇਸ ਕਰਕੇ ਹੌਲੀ ਹੌਲੀ ਤੁਹਾਡੀ ਆਪਣੀ ਸਮਝ ਵਿਕਸਿਤ ਹੁੰਦੀ ਆ। ਤੇ ਜਿਹੜੀ ਸਮਝ ਆ ਉਹ ਇੱਥੇ ਹੀ ਨਿਕਲੀ ਆ ਕਿ ਸਾਨੂੰ ਇਹਨਾਂ ਦੇ ਜਿਹੜੇ ਰਾਹ ਨੇ, ਇਹਨਾਂ ਦੇ ਜਿਹੜੇ ਦੱਸੇ ਹੋਏ ਵਿਚਾਰ ਨੇ ਉਹ ਅਪਣਾਉਣੇ ਚਾਹੀਦੇ। ਇਹਨਾਂ ਦੇ ਰਾਹ ਵੱਲ ਨੂੰ ਜਿਹੜਾ ਆਪਣੇ ਜਿਹੜੇ ਕਦਮ ਆ ਇਹਨਾਂ ਦੇ ਰਾਹਾਂ ਨਾਲ ਮਿਲਾ ਕੇ ਚਲਾਉਣੇ ਚਾਹੀਦੇ ਨੇ, ਜਿੰਨੀ ਵੀ ਸਮਰੱਥਾ ਹੋਵੇ। ਹਰ ਇੱਕ ਦੇ ਵਿੱਚ ਇੱਕੋ ਜਿਹੀ ਸਮਰੱਥਾ ਨਹੀਂ ਹੁੰਦੀ। ਕਿਊਬਾ ਨੂੰ ਆਜ਼ਾਦ ਕਰਾਉਣ ਦੇ ਲਈ 82 ਬੰਦੇ ਤੁਰੇ ਸੀ ਮੈਕਸੀਕੋ ਤੋਂ, ਤੇ ਜਦੋਂ ਉੱਥੇ ਪਹੁੰਚੇ ਨੇ, ਪਹਿਲਾਂ ਤਾਂ ਵੈਸੇ ਹੀ ਉਹ ਰਸਤੇ 'ਚ ਜ਼ਿਆਦਾ ਲੇਟ ਹੋ ਗਿਆ ਮੌਸਮ ਦੀ ਖਰਾਬੀ ਕਾਰਨ। ਕਿਸ਼ਤੀ 10-12 ਬੰਦਿਆਂ ਵਾਲੀ ਸੀ, ਇਹ 'ਚ 82 ਬੰਦੇ ਸਵਾਰ ਹੋ ਕੇ ਗਏ। ਉਹਨਾਂ ਦੇ ਖਾਣ ਪੀਣ ਦਾ ਸਮਾਨ ਵੀ ਸੀ। ਤੇ ਜਦੋਂ ਰਸਤੇ 'ਚ ਮੌਸਮ ਦੀ ਖਰਾਬੀ ਨਾਲ ਕਿਸ਼ਤੀ ਡਿੱਕੇ ਡੋਲੇ ਖਾ ਰਹੀ ਹੈ ਤਾਂ ਉਹਦਾ ਭਾਰ ਘਟਾਉਣ ਦੇ ਲਈ ਖਾਣ ਪੀਣ ਦਾ ਸਮਾਨ ਸੁੱਟਿਆ ਗਿਆ ਤਾਂ ਕਿ ਆਪ ਠੀਕ ਠਾਕ ਪਹੁੰਚ ਜਾਣ। ਚਲੋ ਪਹੁੰਚਦੇ ਨੇ ਤੇ ਉੱਥੇ ਗਾਈਡ ਦੀ ਹੈਲਪ ਲੈ ਕੇ ਜਦੋਂ ਅੱਗੇ ਜਾਣ ਦਾ ਸੋਚਦੇ ਨੇ, ਤੇ ਜਦੋਂ ਗਾਈਡ ਨੂੰ ਛੱਡਦੇ ਨੇ ਤੇ ਗਾਈਡ ਨਾਲ ਹੀ ਬਤਿਸਤਾ ਦੀਆਂ ਫੌਜਾਂ ਨੂੰ ਖਬਰ ਦੇ ਦਿੰਦਾ ਤੇ ਘੇਰਾ ਪੈ ਜਾਂਦਾ। ਤੇ ਅੱਧੇ ਕੁ ਦੇ ਕਰੀਬ ਜਿਹੜੇ ਸਾਥੀ ਆ ਉਸ 'ਚ ਮਾਰੇ ਜਾਂਦੇ ਨੇ, 20 ਗ੍ਰਿਫਤਾਰ ਹੋ ਜਾਂਦੇ ਨੇ
ਤੇ ਜਿਹੜੇ ਗ੍ਰਿਫਤਾਰ ਕੀਤੇ ਜਾਂਦੇ ਨੇ ਉਹ ਵੀ ਬਾਅਦ 'ਚ ਮਾਰ ਦਿੱਤੇ ਜਾਂਦੇ ਨੇ। ਤੇ ਇਸ ਭੱਜ ਦੌੜ ਵੇਲੇ ਜਦੋਂ ਇਹ ਘਟਨਾ ਵਾਪਰਦੀ ਆ ਤੇ ਚੀਕ ਕਹਿੰਦਾ ਮੇਰੇ ਲਈ ਇੱਕ ਬੜੀ ਦਚਿੱਤੀ ਵਾਲੀ ਗੱਲ ਸੀ ਕਿ ਹੁਣ ਮੈਂ ਆਪਣਾ ਡਾਕਟਰੀ ਵਾਲਾ ਬਕਸਾ ਚੱਕਾਂ ਜਾਂ ਅਸਲੇ ਵਾਲਾ। ਨਾ ਫਿਰ ਆਪਾਂ ਉਹ ਗੋਲੀਆਂ ਵਾਲਾ ਜਿਹੜਾ ਬਕਸਾ ਚੱਕ ਕੇ ਗੰਨੇ ਦੇ ਖੇਤਾਂ 'ਚ ਜਾ ਵੜੇ, ਬਚ ਗਏ। ਤੇ ਇੱਥੋਂ ਸ਼ੁਰੂ ਹੁੰਦਾ ਅੱਗੇ ਫਿਰ ਉਹਨਾਂ ਦਾ ਜਿਹੜਾ ਬਾਕੀ ਕਿੱਸਾ, ਜਿਹਦੇ ਵਿੱਚ ਉਹਨਾਂ ਨੇ ਡਟੇ ਰਹੇ ਨੇ। ਤੇ ਆਖਰ 1 ਜਨਵਰੀ 1959 ਨੂੰ, ਇਹ ਮੈਂ ਥੋੜਾ ਕਰੀ ਪਿੱਛੇ ਹੁਣ ਦੁਬਾਰਾ ਤੁਹਾਨੂੰ ਯਾਦ ਦੱਸਦੇ ਹਾਂ ਕਿ ਜੁਲਾਈ ਅਗਸਤ 1955 ਦੇ ਵਿੱਚ ਜਿਹੜਾ ਮੈਕਸੀਕੋ 'ਚ ਇਹਨਾਂ ਦਾ ਮੇਲ ਹੋਇਆ ਸੀ ਚੀ ਗੁਵੇਰਾ ਦਾ, ਫਿਡਲ ਕਾਸਟਰੋ ਹੋਣਾ ਦਾ। ਤੇ ਇਹ ਉੱਥੋਂ ਜੂਨ 56 ਦੇ ਵਿੱਚ ਫਿਡਲ ਕਾਸਟਰੋ ਨੂੰ ਫੜ ਲਿਆ ਜਾਂਦਾ, ਫਿਰ ਹੋਰ ਸਾਥੀ ਵੀ, ਚੀ ਵੀ। ਤੇ ਜਦੋਂ ਰਿਹਾ ਹੁੰਦੇ ਨੇ ਤੇ ਫਿਰ ਇਹ ਉੱਥੋਂ ਪਲਾਨ ਕਰਦੇ ਨੇ ਇੱਥੇ ਨੂੰ ਆਉਣ ਦਾ, ਤੇ ਕਿਸ਼ਤੀ ਲੈ ਕੇ। ਤੇ ਇਹਨਾਂ ਨੇ 30 ਨਵੰਬਰ ਦਾ ਜਿਹੜਾ ਅੰਦਾਜ਼ਾ ਸੀ ਕਿ ਪਹੁੰਚ ਜਾਵਾਂਗੇ, ਪਰ 2 ਦਸੰਬਰ ਨੂੰ ਪਹੁੰਚੇ ਨੇ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਜਿਹੜਾ ਮਹੀਨੇ ਕੁ ਦਾ ਫਰਕ ਪਿਆ, ਕਿੰਨੀਆਂ ਕੁ ਮੁਸ਼ਕਲਾਂ ਰਹੀਆਂ ਹੋਣਗੀਆਂ। ਤੇ 56 ਦਸੰਬਰ 'ਚ ਪਹੁੰਚੇ ਨੇ ਤੇ 1959 ਦੀ 1 ਜਨਵਰੀ ਨੂੰ ਜਿਹੜਾ ਸਾਂਤਾ ਕਲਾਰਾ ਜਿਹੜਾ ਉਹ ਪੂਰੀ ਤਰ੍ਹਾਂ ਬਾਗੀਆਂ ਦੇ ਕਬਜ਼ੇ ਵਿੱਚ ਸੀ। ਤੇ ਜਦੋਂ ਅਸੀਂ ਕਈ ਵਾਰੀ ਦੇਖਦੇ ਹਾਂ ਆਪਣੇ ਦੇਸ਼ ਦੇ ਵਿੱਚ ਥੋੜ੍ਹੇ ਜਿਹੇ ਲੋਕ ਰੈਲੀ ਮੁਜ਼ਾਹਰਾ ਕੁਛ ਵੀ ਕਰ ਰਹੇ ਹੁੰਦੇ ਨੇ, ਬਹੁਤ ਸਾਰੇ ਲੋਕ ਘਰਾਂ 'ਚ ਬੈਠੇ ਕਰਦੇ ਹੁੰਦੇ, ਇਹਦੇ ਨਾਲ ਕੀ ਹੋ ਜਾਣਾ, ਉਹਦੇ ਨਾਲ ਕੀ ਹੋ ਜਾਣਾ। 2 ਗੱਲਾਂ ਨੇ, ਇੱਕ ਤੇ ਜਿਹੜੇ ਅੰਦੋਲਨ ਵੱਡੇ ਹੁੰਦੇ ਨੇ ਜਾਂ ਲੋਕ ਜੁੜਦੇ ਨੇ, ਉਹ ਸ਼ੁਰੂ ਵਿੱਚ ਹੀ ਲੱਖਾਂ ਲੋਕ ਨਹੀਂ ਉਹਨਾਂ ਨੂੰ ਲੈ ਕੇ ਤੁਰਦੇ, ਕਈ ਵਾਰੀ ਉਹ 2 ਬੰਦੇ ਹੁੰਦੇ ਨੇ ਤੁਰਨ ਵਾਲੇ, ਪਰ ਉਹ ਜਿਹੜੇ ਕਾਫਲੇ ਬਣਦੇ ਜਾਂਦੇ ਨੇ ਜਿਵੇਂ ਜਿਵੇਂ ਹੁੰਦਾ ਅੱਗੇ। ਦੂਸਰਾ, ਜੇ ਇਸ ਤਰ੍ਹਾਂ ਨਹੀਂ ਵੀ ਹੋਵੇ ਤਾਂ ਜਿਹੜੇ 20 ਬੰਦੇ, 30 ਬੰਦੇ, 50, 100 ਬੰਦੇ ਉਸ ਮੌਕੇ ਸਮੇਂ ਦੀਆਂ ਲੋਟੂ ਸਰਕਾਰਾਂ ਦੇ ਖਿਲਾਫ ਬੋਲ ਰਹੇ ਹੁੰਦੇ ਨੇ, ਧਰਨੇ ਮੁਜ਼ਾਹਰੇ ਕਰ ਰਹੇ ਹੁੰਦੇ ਨੇ, ਉਹ ਜਦੋਂ ਇਸ ਦੁਨੀਆ ਤੋਂ ਜਾਂਦੇ ਨੇ ਤਾਂ ਇਸ ਸੰਤੁਸ਼ਟੀ ਨਾਲ ਜਾਂਦੇ ਨੇ ਕਿ ਅਸੀਂ ਲੋਕਾਂ ਦੇ ਹੱਕ ਦੀ ਗੱਲ ਕੀਤੀ ਆ, ਲੋਕਾਂ ਨਾਲ ਖੜੇ ਆ, ਜੋਕਾਂ ਨਾਲ ਨਹੀਂ ਖੜੇ। ਤੇ ਚੀ ਗੁਵੇਰਾ ਦਾ ਇੱਕ ਕਥਨ ਸੀ, ਮਤਲਬ ਜੇ ਪੂਰੀ ਦੁਨੀਆ ਜਿੱਥੇ ਵੀ ਆ ਤੁਸੀਂ, ਜੇ ਉੱਥੇ ਕੋਈ ਵੀ ਜਿਹੜੀ ਇਹੋ ਜਿਹੀ ਧੱਕੇਸ਼ਾਹੀ ਹੋ ਰਹੀ ਆ ਤੁਹਾਡੇ ਨਾਲ, ਆਮ ਲੋਕਾਂ ਦੇ ਨਾਲ, ਉਹਨੂੰ ਦੇਖ ਕੇ ਤੁਸੀਂ ਕੰਬ ਉੱਠਦੇ ਹੋ, ਤੁਹਾਡੀ ਮੁੱਠੀ ਮੀਚੀ ਜਾਂਦੀ ਆ ਤੇ ਤੁਸੀਂ ਮੇਰੇ ਸਾਥੀ ਹੋ। ਸੋ ਇਹ ਕਿੱਡੀ ਸੋਹਣੀ ਗੱਲ ਆ। ਫਿਰ ਉਹ ਕਹਿੰਦਾ ਵੀ ਜੇ ਤੁਸੀਂ ਇਸ ਦੁਨੀਆ ਨੂੰ ਰੰਗਦਾਰ ਦੇਖਣਾ ਚਾਹੁੰਦੇ ਹੋ ਤੇ ਲੈਟਸ ਬੀ ਮਾਈ ਕਾਮਰੇਡ ਐਂਡ ਲੈਟਸ ਬ੍ਰਿੰਗ ਦ ਰੈਵੋਲੂਸ਼ਨ, ਕਿ ਆਓ ਮੇਰੇ ਸਾਥੀ ਬਣੋ ਤੇ ਆਪਾਂ ਇਨਕਲਾਬ ਲਿਆਈਏ। ਤੇ ਜਿਹੜੀ ਮਰਨ ਦੀ ਗੱਲ ਆ, ਮਰਨ ਦੀ ਗੱਲ ਦੇ ਉੱਤੇ ਵੀ ਉਹਨੇ ਬਹੁਤ ਸੋਹਣਾ ਇੱਕ ਲਾਈਨ ਦੇ ਵਿੱਚ ਕਿਹਾ ਕਿ ਗੋਡਿਆਂ ਪਰਨੇ ਹੋ ਕੇ ਜੀਣ ਨਾਲੋਂ ਸਿੱਧੇ ਖਲੋ ਕੇ ਮਰ ਜਾਣਾ ਬਿਹਤਰ ਹੈ। better to die standing than to live on your knees। ਤੇ ਇਹ ਉਹਨੇ ਕਰਕੇ ਦਿਖਾਇਆ। ਇਹ ਜਿਹੜੀਆਂ ਗੱਲਾਂ ਨੇ ਉਹਨੇ ਸਿਰਫ ਕਹੀਆਂ ਨਹੀਂ, ਉਹਨੇ ਸਿਰਫ ਭਾਸ਼ਣ ਨਹੀਂ ਦਿੱਤਾ ਇਸ ਗੱਲ ਦਾ, ਉਹਨੇ ਕਰਕੇ ਵੀ ਦਿਖਾਇਆ। ਤੇ ਇਹ ਸਮਾਨਤਾਵਾਂ ਉਹਦੀਆਂ ਭਗਤ ਸਿੰਘ ਦੇ ਨਾਲ ਮੇਲ ਖਾਂਦੀਆਂ ਨੇ। ਇਹੋ ਕੁਛ ਇਸੇ ਤਰੀਕੇ ਦੇ ਨਾਲ ਭਗਤ ਸਿੰਘ ਨੇ ਜਿਹੜੀ ਆ ਇੰਡੀਆ ਦੇ ਵਿੱਚ ਜਿਹੜੇ ਆਪਣੇ ਇਸ ਵਿਚਾਰਧਾਰਾ ਲਈ ਕੰਮ ਕੀਤਾ, ਆਜ਼ਾਦੀ ਲਈ ਕੰਮ ਕੀਤਾ, ਪਰ ਵਿਚਾਰਾਂ ਪ੍ਰਤੀ ਦੋਨਾਂ ਦੀ ਪਰਪੱਕਤਾ ਇੱਕੋ ਜਿਹੀ ਸੀ। ਦੋਨੋਂ ਸਮਾਜਵਾਦ ਦੇ ਹਾਮੀ ਸੀ, ਦੋਨੋਂ ਸਾਮਰਾਜਵਾਦ ਦੀ ਲੁੱਟ ਦਾ ਖਾਤਮਾ ਕਰਨਾ ਚਾਹੁੰਦੇ ਸੀ। ਉਹਨਾਂ ਦੇ ਰਾਜਾਂ ਦਾ ਜਿੱਥੇ ਵੀ ਹੈ ਉਹਦਾ ਖਾਤਮਾ ਕਰਨਾ ਚਾਹੁੰਦੇ ਸੀਗੇ। ਜਦੋਂ ਉਹਨਾਂ ਨੂੰ ਫੜ ਕੇ ਲਿਆਂਦਾ ਜਾਂਦਾ, ਉਹਨੂੰ ਬੰਨ੍ਹ ਲਿਆ, ਬੈੱਡ ਦੇ ਨਾਲ ਵੀ ਉਹਨੂੰ ਬੰਨ੍ਹਿਆ ਹੋਇਆ, ਤੇ ਉਹਨੂੰ ਪੁੱਛ-ਗਿੱਛ ਕਰਨ ਲਈ ਕਮਰੇ 'ਚ ਜਾਂਦੇ ਨੇ ਜਿਹੜੇ ਨਾ ਕਮਾਂਡਰ ਵਗੈਰਾ ਹੋਰ ਜਿਹੜੇ ਨੇ, ਤੇ ਉਹ
ਉਹਨਾਂ ਨੂੰ ਆਪਣੇ ਲਾਗੇ ਜਿਹੜੇ ਹੋਰ ਮਰੇ ਪਏ ਗਰੀਲੇ ਦੇ ਜਿਹੜੇ ਸਾਥੀ ਸੀ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਆ ਕਿ ਮੈਨੂੰ ਦੱਸੋ ਇਹਨਾਂ ਕੋਲ ਕਿਊਬਾ ਦੇ ਵਿੱਚ ਕੀ ਨਹੀਂ ਸੀ, ਇਹ ਉੱਥੋਂ ਆਪਣਾ ਛੱਡ ਕੇ ਇੱਥੇ ਆਏ ਨੇ, ਕਿਉਂ ਆਏ ਨੇ, ਇਹਨਾਂ ਨੂੰ ਕੀ ਲੋੜ ਸੀ ਜਾਨ ਗਵਾਉਣ ਦੀ, ਆਪਣੀ ਜ਼ਿੰਦਗੀ ਜਿਹੜੀ ਆ ਉੱਥੇ ਚਲਾ ਸਕਦੇ ਸੀ। ਫਿਰ ਉਹਨੂੰ ਪੁੱਛਿਆ ਜਾਂਦਾ ਕਿ ਕੀ ਤੂੰ ਕਿਊਬਾ ਦਾ ਕਿ ਅਰਜਨਟੀਨਾ ਦਾ? ਉਹ ਕਹਿੰਦਾ ਮੈਂ ਕਿਊਬਾ ਦਾ ਵੀ ਹਾਂ, ਅਰਜਨਟੀਨਾ ਦਾ ਵੀ, ਬੋਲੀਵੀਆ ਦਾ ਵੀ, ਪੀਰੂ ਵਾਸੀ ਵੀ, ਇਕਵਾਡੋਰੀਅਨ ਵੀ ਆ, ਮੈਂ ਮੈਕਸੀਕਨ ਵੀ ਹਾਂ। ਤੂੰ ਸਮਝ ਗਿਆ? ਫਿਰ ਕਹਿੰਦਾ ਤੈਨੂੰ ਇਹ ਉਕਸਾਇਆ ਕਿਹੜੀ ਗੱਲ ਨੇ ਇੱਥੇ? ਉਹ ਕਹਿੰਦਾ ਵੀ ਤੂੰ ਵੇਖਦਾ ਨਹੀਂ ਕਿ ਕਿਸਾਨ ਕਿਸ ਹਾਲਤ ਵਿੱਚ ਨੇ, ਉਹ ਜੰਗਲੀਆਂ ਵਰਗੇ ਰਹਿੰਦੇ, ਗਰੀਬੀ ਵਿੱਚ ਰਹਿੰਦੇ ਨੇ। ਇਹ ਗੱਲ ਦਿਲ ਨੂੰ ਉਦਾਸ ਕਰਦੀ ਆ। ਉਹਨਾਂ ਕੋਲ ਸੌਣ ਲਈ ਉਹੀ ਕਮਰਾ ਹੁੰਦਾ ਆ ਜਿੱਥੇ ਉਹ ਸੌਂਦੇ ਆ, ਖਾਣਾ ਪਕਾਉਂਦੇ ਆ, ਪਹਿਨਣ ਲਈ ਕੱਪੜਾ ਨਹੀਂ। ਉਹਨੂੰ ਪਸ਼ੂਆਂ ਵਾਂਗੂ ਉਹਨਾਂ ਨਾਲ ਵਰਤਾਓ ਕੀਤਾ ਜਾਂਦਾ ਨਾ। ਤੇ ਉਹ ਕਹਿੰਦੇ ਵੀ ਇਹ ਤਾਂ ਕਿਊਬਾ ਵਿੱਚ ਵੀ ਆ। ਕਿਊਬਾ ਹਜੇ ਇਹੋ ਜਿਹੀਆਂ ਹਾਲਾਤਾਂ ਦੇ ਵਿੱਚੋਂ ਆਜ਼ਾਦ ਹੋਇਆ ਸੀ, ਇਹ ਤਾਂ ਥੋੜ੍ਹੇ ਸਾਲਾਂ ਦੀ ਗੱਲ ਸੀ। ਉਹ ਕਹਿੰਦਾ ਬਿਨਾਂ ਸ਼ੱਕ ਇਹ ਹੈ, ਪਰ ਉੱਥੇ ਚੇਂਜਸ ਸ਼ੁਰੂ ਹੋ ਚੁੱਕੀਆਂ ਨੇ। ਉੱਥੇ ਦੇ ਕਿਸਾਨਾਂ ਨੂੰ, ਉੱਥੇ ਦੇ ਲੋਕਾਂ ਨੂੰ ਇਹ ਉਮੀਦ ਆ, ਹੁਣ ਉਮੀਦ ਵੱਜੀ ਆ ਕਿ ਚੇਂਜ ਹੋਵੇਗਾ। ਪਰ ਜਿਹੜੇ ਇੱਥੋਂ ਦੇ ਲੋਕ ਨੇ ਇਹਨਾਂ ਨੂੰ ਤਾਂ ਉਮੀਦ ਹੀ ਕੋਈ ਨਹੀਂ, ਕਿਉਂਕਿ ਬੜਾ ਸਾਮਰਾਜੀ ਲੁੱਟ ਜਿਹੜੀ ਆ, ਲੁੱਟ ਦੇ ਕਰਿੰਦੇ ਨੇ ਜਿਹੜੇ ਉਹ ਰਾਜ ਕਰਦੇ ਪਏ ਨੇ ਇੱਥੇ। ਇਸ ਕਰਕੇ ਮੈਂ ਆਇਆ। ਤੇ ਫਿਰ ਅੱਗੇ ਸਵਾਲ ਚੱਲਦੇ ਨੇ 9 ਤਰੀਕ ਨੂੰ ਫਿਰ ਦੁਬਾਰਾ। ਤੇ ਫਿਰ ਉਹਨੂੰ ਖਾਸ ਕਰ ਜਦੋਂ ਉਹਨੂੰ ਆਖਰੀ ਸਮੇਂ 'ਤੇ ਗੋਲੀ ਮਾਰਨ ਲੱਗੇ ਨੇ ਤੇ ਉਹਨੂੰ ਪੁੱਛਦੇ ਨੇ ਤੁਸੀਂ ਜੰਗ ਕਿਉਂ ਛੜੀ? ਉਹ ਕੋਈ ਜਵਾਬ ਨਹੀਂ ਦਿੰਦਾ ਕਿ ਉਹ ਤਾਂ ਆਲਰੇਡੀ ਗੱਲਾਂ ਹੋ ਚੁੱਕੀਆਂ ਨੇ। ਫਿਰ ਉਹ ਸੋਚਦੇ ਨੇ ਉਹਨੂੰ ਜਿਵੇਂ ਮਜ਼ਾਕੀਆ ਲਹਿਜੇ ਨਾਲ ਵੀ ਕੀ ਤੂੰ ਆਪਣੀ ਅਮਰਤਾ ਬਾਰੇ, ਮੀਨਸ ਆਪਣੇ ਅਮਰ ਹੋਣ ਬਾਰੇ ਸੋਚ ਰਿਹਾ? ਕਹਿੰਦਾ ਨਹੀਂ, ਮੈਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾ। ਤੇ ਇਹ ਗੱਲਾਂ ਉਸ ਸਮੇਂ ਜਦੋਂ ਮੌਤ ਤੁਹਾਡੇ ਸਾਹਮਣੇ ਖੜੀ ਹੋਵੇ ਤੇ ਇਹ ਕਹਿਣਾ ਇਹ ਮਨੁੱਖ ਨੂੰ ਮਹਾਨ ਬਣਾਉਂਦਾ। ਭਗਤ ਸਿੰਘ ਹੋਣਾ ਵੀ ਇਹੋ ਜਿਹੀ ਗੱਲ ਕਹੀ ਸੀ। ਉਹਨਾਂ ਇਹ ਕਿਹਾ ਸੀ ਕਿ ਅਸੀਂ ਸ਼ਾਸਨ, ਜਿਹੜਾ ਸਾਮਰਾਜ ਦਾ ਸ਼ਾਸਨ ਜਿਹੜਾ ਤੁਹਾਡੇ ਲੁੱਟਦਾ, ਉਹਦੇ ਖਿਲਾਫ ਜੰਗ ਛੇੜੀ ਆ। ਤੇ ਉਹ ਜੰਗ ਛੇੜੀ ਜਿਹੜੀ ਆ, ਉਹਦੇ ਸਜ਼ਾ ਜੇ ਸਾਨੂੰ ਦੇਣੀ ਆ ਤਾਂ ਸਾਨੂੰ ਸਜ਼ਾਏ ਮੌਤ ਦਿਓ, ਸਾਨੂੰ ਗੋਲੀ ਮਾਰੋ, ਸਾਨੂੰ ਗੋਲੀ ਨਾ ਉਡਾਓ। ਸੇਮ ਇਹ ਕਹਿੰਦੇ ਨੇ ਫਿਰ ਉਹਨੂੰ। ਉਹ ਕਹਿੰਦਾ ਕਿ ਓਏ ਬੁਝਦਿਲ, ਮੈਨੂੰ ਪਤਾ ਤੂੰ ਮੈਨੂੰ ਮਾਰਨਾ ਆ, ਚੱਕ ਬੰਦੂਕ ਤੇ ਚਲਾ ਗੋਲੀ, ਮਾਰ ਮੇਰੇ ਗੋਲੀ। ਤੇ ਇਹ ਇੰਜ ਹੁੰਦਾ ਤੇ ਉਹਨਾਂ ਨੂੰ ਮਾਰਦੇ ਨੇ, ਉਹਨਾਂ ਦੇ ਹੱਥ ਕੱਟ ਲੈ ਜਾਂਦੇ ਨੇ। ਤੇ ਉਹ ਇੰਨਾ ਕੁ ਡਰੇ ਹੋਏ ਨੇ, ਜਿਉਂਦੇ ਜੀ ਤਾਂ ਉਸ ਤੋਂ ਡਰੇ ਹੋਏ ਸੀ, ਮਰੇ ਹੋਏ ਤੋਂ। ਉਹਦੀ ਲਾਸ਼ ਨੂੰ, ਉਹਦੇ ਹੱਥ ਵੱਢਣ ਤੋਂ ਬਾਅਦ ਲਾਸ਼ ਨੂੰ ਚੋਰੀ ਛੁਪੇ ਜਾ ਕੇ ਦਫਨਾਉਂਦੇ ਨੇ, ਤਾਂ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਚੀਜ਼ ਨੂੰ ਦਫਨਾਇਆ ਕਿੱਥੇ ਗਿਆ, ਕਿ ਉੱਥੇ ਕਿਤੇ ਉਹਦੀ ਕੋਈ ਯਾਦਗਾਰ ਨਾ ਬਣਾ ਲਈ ਜਾਵੇ। ਇੰਨਾ ਉਹਦਾ ਭੈ ਸੀ ਚੀਜ਼ ਦਾ। ਤੇ ਉਹਦੀ ਜਿਹੜੀ ਲਾਸ਼ ਆ 1997 ਦੇ ਵਿੱਚ, ਫਿਰ 67 'ਚ ਡੈਥ ਹੁੰਦੀ ਆ। 1997 ਦੇ ਵਿੱਚ ਬੋਲੀਵੀਅਨ ਸਰਕਾਰ ਦੀ ਜਿਹੜੀ ਰਜਾਮੰਦੀ ਦੇ ਨਾਲ ਉਹ ਪਟਵਾ ਕੇ ਕਢਵਾਈ ਗਈ ਤੇ ਕਿਊਬਾ ਭੇਜੀ ਗਈ। ਇਹ 1997 ਦੀ ਗੱਲ ਆ। ਤੇ ਪਤਾ ਕਰ ਲਿਆ ਗਿਆ ਉਹਦਾ ਕਿ ਕਿੱਥੇ ਆ, ਹੌਲੀ ਹੌਲੀ। ਪਰ ਇਹੋ ਜਿਹੇ ਹਾਲਾਤ ਸੀ ਉਸ ਵੇਲੇ। ਤੇ ਉਹਦੇ ਹੱਥ ਜਿਹੜੇ ਕੱਟੇ, ਤੇ ਇੱਕ ਉਹਦੀ ਡਾਇਰੀ ਸੀ। ਤੇ ਹੁਣ ਉਹ ਚਾਹੁੰਦੇ ਸੀ ਕਿ ਅਮਰੀਕਨ ਸਾਮਰਾਜ ਨੂੰ ਕਿ ਅਸੀਂ ਇਹਦੇ ਮੁੱਲ ਵੱਟਾਂਗੇ ਡਾਇਰੀ ਦਾ। ਤੇ ਜਦੋਂ ਇਸ ਗੱਲ ਦਾ ਫਿਡਲ ਕਾਸਟਰੋ ਨੂੰ ਪਤਾ ਲੱਗਾ ਤੇ ਉਸਨੇ ਵੈਸੇ ਹੀ ਟੀਵੀ ਤੇ ਅਨਾਉਂਸਮੈਂਟ ਕਰਤੀ ਆਪਣੇ ਕਿ ਚੀ ਦੀ ਜਿਹੜੀ ਡਾਇਰੀ ਆ ਉਹਦੀ ਕਾਪੀ ਸਾਡੇ ਕੋਲ ਪਹੁੰਚ ਚੁੱਕੀ ਆ। ਤੇ ਇਹ ਇੱਕ ਰਾਜਨੀਤਿਕ ਪੈਂਤੜਾ ਕਹਿ ਸਕਦੇ ਹਾਂ, ਜੋ ਵੀ ਉਹ ਸੀ। ਤੇ ਪਰ ਇਵੈਂਚੁਅਲੀ ਉਹ ਡਾਇਰੀ
ਤੇ ची ਦੇ ਕੱਟੇ ਹੋਏ ਹੱਥ, ਉਹ ਦੋਨੋਂ ਚੀਜ਼ਾਂ ਔਰ ਡਾਇਰੀ ਦੀ ਕਾਪੀ ਤੇ ची ਦੇ ਜਿਹੜੇ ਕੱਟੇ ਹੋਏ ਹੱਥ ਨੇ ਉਹ ਕਿਊਬਨ ਗੌਰਮੈਂਟ ਕੋਲ ਪਹੁੰਚ ਗਏ। ਸਟੇਟਵੇ ਨਹੀਂ, ਬਾਅਦ ਵਿੱਚ ਪਹੁੰਚ ਜਾਂਦੇ ਨੇ। ਤੇ ਜਦੋਂ ਪਹੁੰਚਦੇ ਨੇ ਤੇ ਫਿਰ ਫਿਡਲ ਕਾਸਟਰੋ ਨੇ ਉੱਥੇ ਲੋਕਾਂ ਨੂੰ ਪੁੱਛਦਾ ਇਕੱਠ ਦੇ ਵਿੱਚ ਕਿ ची ਦੀ ਸਾਡੇ ਕੋਲ ਇੱਕੋ ਹੀ ਨਿਸ਼ਾਨੀ ਹੈ, ਉਹਦੇ ਹੱਥ, ਮਤਲਬ ਉਹਦਾ ਸਰੀਰ ਪਤਾ ਨਹੀਂ ਸਾਨੂੰ ਮਿਲਣਾ, ਪਤਾ ਨਹੀਂ ਮਿਲਣਾ, ਉਹਦਾ ਉਹਨੇ ਕੀ ਕੀਤਾ, ਇਹੋ ਹੀ ਸਾਡੇ ਕੋਲ ਨੇ, ਇਹਨਾਂ ਦਾ ਕੀ ਕੀਤਾ ਜਾਵੇ। ਤੇ ਅੱਗੇ ਲੋਕਾਂ ਦਾ ਸ਼ੋਰ ਸੀ ਕਿ ਇਹਨਾਂ ਨੂੰ ਸਾਂਭਿਆ ਜਾਵੇ, ਤੇ ਉਹਨਾਂ ਨੇ ਸਾਂਭ ਕੇ ਰੱਖੇ ਨੇ। ਤੇ ਸਾਂਭ ਕੇ ਰੱਖਣ ਦਾ ਕੋਈ ਭਾਵ ਉਹਨਾਂ ਦੀ ਕੋਈ ਪੂਜਾ ਪਾਠ ਕਰਨਾ ਨਹੀਂ ਹੈਗਾ, ਉਹ ਇੱਕ ਸਾਮਰਾਜ ਖਿਲਾਫ ਜਿਹੜੀ ਜੰਗ ਆ ਉਹਦੇ ਵਿੱਚ ਜਿਹੜੀ ਨੇਚੇ ਨਾਲ ਪੂਰੀ ਦ੍ਰਿੜਤਾ ਨਾਲ ਲੜਨੀ, ਉਹਦੇ ਪ੍ਰਤੀਕ ची ਗਵੇਰਾ, ਉਹਦੇ ਪ੍ਰਤੀਕ ਵਜੋਂ ਜਿਹੜੇ ਆ ਉਹ ਰੱਖੇ ਨੇ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਤੋਂ ਪ੍ਰਭਾਵਿਤ ਹੁੰਦੀਆਂ ਹੋਣ, ਉਹਨਾਂ ਤੋਂ ਸਿੱਖਿਆ ਲੈ ਸਕਣ, ਆਪਣੇ ਅੰਦਰ ਦ੍ਰਿੜ ਭਾਵਨਾ ਪੈਦਾ ਕਰ ਸਕਣ ਸਾਮਰਾਜ ਖਿਲਾਫ ਲੜਨ ਦੀ। ਉਹਨਾਂ ਦੀ ਮੌਤ ਤੋਂ ਬਾਅਦ, ਜਦੋਂ ਮੌਤ ਹੁੰਦੀ 10 ਤਰੀਕ ਨੂੰ ਖਬਰ ਜਾਂਦੀ ਆ, ਅਮਰੀਕਾ ਦੀਆਂ ਜਿਹੜੀਆਂ ਯੂਨੀਵਰਸਿਟੀ ਵਗੈਰਾ ਸੀ ਉਹ ਉੱਥੋਂ ਸਰਕਾਰਾਂ ਨੂੰ ਬੰਦ ਕਰਨੀਆਂ ਪੈ ਗਈਆਂ ਸੀ ਕਿ ਨੌਜਵਾਨਾਂ 'ਚ ਇੰਨਾ ਗੁੱਸਾ ਸੀ, ਸੜਕਾਂ 'ਤੇ ਨਿਕਲੇ ਸੀ, ਉਹ ਇੰਨਾ ਹਰਮਨ ਪਿਆਰਾ ਹੋ ਗਿਆ ਸੀ। ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਸ਼ੋਕ ਸਭਾ ਕੀਤੀ ਗਈ ਆ ਉਹ 18 ਅਕਤੂਬਰ ਨੂੰ ਕੀਤੀ ਗਈ ਆ, ਮਤਲਬ ਕਿ 9 ਦਿਨ ਬਾਅਦ। ਤੇ ਇਹ ਆਪਾਂ ਗੱਲ ਹੁਣ 1967 ਦੀ ਕਰ ਰਹੇ ਹਾਂ। ਤੇ 1967 ਦੇ ਵਿੱਚ 10 ਲੱਖ ਲੋਕਾਂ ਦਾ ਇਕੱਠ ਸੀ। ਉਸ ਸਮੇਂ 10 ਲੱਖ ਲੋਕਾਂ ਦਾ ਇਕੱਠ ਹੋਣਾ ਛੋਟੀ ਜਿਹੀ ਗੱਲ ਨਹੀਂ ਹੈ ਕਿਊਬਾ ਦੇ ਵਿੱਚ। ਤੇ ਉਹਨੂੰ ਸੰਬੋਧਨ ਕਰਦੇ ਹਾਂ, ਜਿਹੜਾ ਫਿਡਲ ਕਾਸਟਰੋ ਨੇ ਗੱਲ ਕਹੀ ਸੀ ਵੀ ਜੇ ਸਾਨੂੰ ਕੋਈ ਇੱਕ ਇਹੋ ਜਿਹਾ ਮਾਡਲ ਚਾਹੀਦਾ ਹੋਵੇ ਜਿਹੜਾ ਹੁਣ ਦੇ ਸਮੇਂ ਲਈ ਨਹੀਂ, ਭਵਿੱਖ ਲਈ ਵੀ ਹੋਵੇ, ਤਾਂ ਮੈਂ ਆਪਣੇ ਦਿਲ ਦੀਆਂ ਡੂੰਘਾਈਆਂ ਵਿੱਚੋਂ ਕਹਾਂਗਾ ਕਿ ची ਦੀ ਸ਼ਖਸੀਅਤ ਜਿਹੜੀ ਆ ਉਹਦੇ ਆਚਰਣ ਉੱਤੇ ਇੱਕ ਵੀ ਦਾਗ ਨਹੀਂ ਸੀ, ਉਹਦੇ ਸ਼ਿਸ਼ਟਾਚਾਰ ਉੱਤੇ ਸਹੁੰ ਖਾ ਕੇ ਇੱਕ ਵੀ ਚਟਾਕ ਨਹੀਂ ਸੀ, ਤੇ ਉਹ ची ਹੈ। ਤਾਂ ਜੇ ਅਸੀਂ ਇਹ ਪ੍ਰਗਟ ਕਰਨਾ ਚਾਹੁੰਦੇ ਹਾਂ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਹੋ ਜਿਹੇ ਹੋਣ, ਤਾਂ ਫਿਰ ਬਿਨਾਂ ਸ਼ੱਕ ਅਸੀਂ ਇਹੀ ਸੋਚਾਂਗੇ ਕਿ ਸਾਡੇ ਬੱਚੇ ची ਵਰਗੇ ਹੋਣ। ਪ੍ਰਭਾਵਿਤ ਸੀ ची ਤੋਂ ਫਿਡਲ ਕਾਸਟਰੋ। ਜਦੋਂ ਛੱਡ ਕੇ ਵੀ ਜਾਂਦਾ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਕਿਸੇ ਨੇ ਕਿ ਉਹ ਕਿੱਥੇ ਆ, ਕੀ ਆ। ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿੱਥੇ ਆ, ਪਰ ਮੈਨੂੰ ਇੰਨਾ ਪਤਾ ਉਹ ਜਿੱਥੇ ਵੀ ਹੋਊਗਾ, ची ਜਿੱਥੇ ਵੀ ਹੋਊਗਾ, ਉਹ ਮਨੁੱਖਤਾ ਦੀ ਭਲਾਈ ਲਈ ਲੜ ਰਿਹਾ ਹੋਊਗਾ। ਇਹ ਫਿਡਲ ਕਾਸਟਰੋ ਦੇ ਲਫ਼ਜ਼ ਸੀ। ਤੇ ਫਿਰ ਕਹਿੰਦੇ ਵੀ ਇੱਕ ਸੈਨਿਕ, ਉਹ ਇੱਕ ਆਗੂ, ਇੱਕ ਮਿਲਟਰੀ ਹਸਤੀ, ਇੱਕ ਗਰੀਲਾ, ਇੱਕ ਮਿਸਾਲੀ ਮਨੁੱਖ, ਮੀਨਸ ਕਿ ਉਹ ਇੱਕ ਇਹੋ ਜਿਹਾ ਬੰਦਾ ਸੀ ਜਿਹੜਾ ਹਰ ਇੱਕ ਖੇਤਰ ਦੇ ਵਿੱਚ ਢਲ ਜਾਂਦਾ ਸੀ, ਹਰ ਇੱਕ ਖੇਤਰ ਦੇ ਵਿੱਚ ਮਹਾਰਤ ਰੱਖਦਾ ਸੀ। ਉਹ ਕਹਿੰਦਾ ਕਿ ਇੱਕ ਵਾਰੀ ਫਿਡਲ ਨੇ ਆਪਣੇ ਸਾਥੀਆਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡੇ ਵਿੱਚ ਇਕਨੋਮਿਸਟ ਕੌਣ ਹੈ। ਕਹਿੰਦਾ ची ਕਹਿੰਦਾ ਮੈਂ ਹੱਥ ਖੜਾ ਕਰਤਾ। ਕਹਿੰਦਾ ਵੀ ਉਹ ਫਿਡਲ ਵੀ ਹੱਸਿਆ, ਹੋਰ ਵੀ ਕਹਿੰਦਾ ਵੀ ਤੁਸੀਂ ਇਕਨੋਮਿਸਟ ਕਦੋਂ ਤੋਂ ਹੋ ਗਏ। ची ਕਹਿੰਦਾ ਮੈਨੂੰ ਲੱਗਿਆ ਕਿ ਤੁਸੀਂ ਸ਼ਾਇਦ ਪੁੱਛਿਆ ਕਮਿਊਨਿਸਟ ਕੌਣ ਹੈ। ਤੇ ਖੈਰ ਉਹ ਕਹਿੰਦੇ ਵੀ ਇਹ ਤੋਂ ਬਾਅਦ ਉਹਨੂੰ ਨੈਸ਼ਨਲ ਬੈਂਕ ਦਾ ਡਾਇਰੈਕਟਰ ਲਾ ਦਿੱਤਾ ਗਿਆ। ਤੇ ਉਹਨਾਂ ਇਹ ਗੱਲ ਜਾਣਦੇ ਹੋਏ ਵੀ ਕਿ ਉਹ ਆਰਥਿਕਤਾ ਦਾ ਮਾਹਿਰ ਨਹੀਂ ਹੈਗਾ, ਪਰ ਉਹਨੂੰ ਉਹ ਲਾ ਦਿੱਤਾ ਗਿਆ। ਪਰ ਜਿਹੜੀ ਗੱਲ ਉਹਨੂੰ ਚੰਗੀ ਤਰ੍ਹਾਂ ਪਤਾ ਸੀ, ਜਿਹੜੀ ਗੱਲ ਉਹਨੂੰ ਚੰਗੀ ਤਰ੍ਹਾਂ ਪਤਾ ਸੀ, ਜਿਹੜੀ ਗੱਲ ਸਾਨੂੰ ਵੀ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਆ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਆ, ਉਹ ਗੱਲ ਇਹ ਸੀ ਕਿ ਦੇਸ਼ ਦੇ ਜਿਹੜੇ ਮਾਲੀ ਸਾਧਨ ਨੇ ਤੇ ਜਿਹੜੇ ਬੈਂਕਾਂ ਹੋਣ, ਕੁਛ ਵੀ ਹੋਣ,
ਉਹ ਲੋਕਾਂ ਦੀ ਸੇਵਾ ਲਈ ਹੋਣੇ ਚਾਹੀਦੇ ਨੇ, ਨਾ ਕਿ ਸਰਮਾਏਦਾਰਾਂ ਦੀ ਕਠਪੁਤਲੀ। ਆਪਣੇ ਕੱਲ੍ਹ ਦੀ ਹੀ ਗੱਲ ਆ, ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਆਪਣੀ ਰਾਸ਼ਟਰੀ ਸੰਪਤੀਆਂ ਸਾਰੀਆਂ ਇੱਕ ਇੱਕ ਕਰਕੇ ਵੇਚਦਾ ਰਿਹਾ, ਤੇ ਹੁਣ ਉਹਨੇ ਜਿਹੜੀ ਏਅਰਲਾਈਨ ਆ ਉਹ ਵੀ ਸਿੱਧੀ ਪ੍ਰਾਈਵੇਟ ਹੱਥਾਂ ਨੂੰ ਦੇ ਦਿੱਤੀ ਆ, ਤੇ ਉਹ ਵੀ ਕੌਡੀਆਂ ਦੇ ਭਾਅ ਨੂੰ ਕਿਹਾ ਜਾ ਸਕਦਾ। ਕਰਜ਼ਾ ਸਾਰਾ ਸਰਕਾਰ ਦੇਊਗੀ, ਭਾਵੇਂ ਲੋਕ ਦੇਣਗੇ, ਤੇ ਉਹ ਉਹਨਾਂ ਨੂੰ ਦੇਤੀ, ਤੇ ਉਹ ਵੀ ਕਰਜ਼ੇ ਤੇ ਅੱਗੇ। ਤੇ ਇਹ ਗੱਲ ਚੀਜ਼ ਨੂੰ ਪਤਾ ਸੀ, ਇਹ ਉਹਦੇ 'ਚ ਇਹ ਖਾਸੀਅਤ ਸੀ, ਉਹ ਇਕਨੋਮਿਸਟ ਨਹੀਂ ਸੀਗਾ, ਬਟ ਉਹ ਇਹ ਸਮਝਦਾ ਸੀ ਕਿ ਜਿਹੜਾ ਦੇਸ਼ ਦਾ ਸਰਮਾਇਆ ਆ ਉਹ ਕਿਹਨਾਂ ਦੀ ਭਲਾਈ ਲਈ ਲੱਗਿਆ ਜਾਣਾ ਚਾਹੀਦਾ ਆ। ਸੋ ਉਹਨੂੰ ਲਾ ਲਿਆ ਗਿਆ, ਤੇ ਇਹਦੇ ਨਾਲ ਹੀ ਰਲਦੀ ਇੱਕ ਫਿਰ ਗੱਲ ਹੋ ਰਿਹਾ। ਤੇ ਅਮਰੀਕਾ ਨੇ ਕਹਿੰਦੇ ਇੱਕ ਵਾਰ ਆਪਣੇ ਖਜ਼ਾਨਾ ਵਿਭਾਗ ਦਾ ਜਿਹੜਾ ਭਰੋਸੇਯੋਗ ਬੰਦਾ ਹੈ ਤੇ ਐਕਸਪੋਰਟ ਇੰਪੋਰਟ ਬੈਂਕ ਦਾ ਜਿਹੜਾ ਉਪ ਪ੍ਰਧਾਨ ਸੀ, ਉਹਨੂੰ ਚੀ ਗਵੇਰਾ ਨਾਲ ਜਿਹੜਾ ਵਿੱਤੀ ਮਾਮਲਿਆਂ ਬਾਰੇ ਨਾ ਗੱਲਬਾਤ ਕਰਨ ਲਈ ਭੇਜਿਆ ਕਿਊਬਾ 'ਚ। ਉਹ ਜਾਂਦਾ ਆ, ਜਾ ਕੇ ਇਹਨਾਂ ਨਾਲ ਗੱਲਬਾਤ ਕਰਦਾ, ਜੋ ਵੀ ਕਰਦੇ ਨੇ। ਜਦੋਂ ਵਾਪਸ ਜਾਂਦਾ ਆ, ਤੇ ਵਾਪਸ ਜਾ ਕੇ ਉਹਨੇ ਉਹਦੇ ਬਾਰੇ ਜਿਹੜੀ ਟਿੱਪਣੀ ਕੀਤੀ ਆ, ਉਹ ਟਿੱਪਣੀ 'ਚ ਸ਼ਬਦ ਉਹਨੇ ਕਿਹੋ ਜਿਹੇ ਵਰਤੇ ਦੇ ਆ, ਤੇ ਉਹ 'ਤੇ ਬਹੁਤਾ ਧਿਆਨ ਨਾ ਦਿਓ। ਐਕਚੁਅਲੀ ਉਹਦਾ ਅਰਥ ਸਮਝਣ ਦੀ ਕੋਸ਼ਿਸ਼ ਕਰਿਓ, ਉਹਦੇ ਵਿੱਚੋਂ ਇਹ ਸਮਝਣ ਦੀ ਕੋਸ਼ਿਸ਼ ਕਰ ਚੀਜ਼ ਖਾਸੀਅਤ ਕੀ ਸੀ ਇਹ ਸਮਝਣ ਦੀ ਕੋਸ਼ਿਸ਼ ਕਰਿਓ। ਉਹਨੇ ਸ਼ਬਦ ਕਿਹੋ ਜਿਹਾ ਵਰਤਣੇ ਸੀ ਇਹ ਤਾਂ ਪਤਾ ਹੀ ਆ। ਉਹ ਕਹਿੰਦਾ ਵੀ ਜਿਹੜਾ ਅਰਨੈਸਟੋ ਚੀ ਗਵੇਰਾ ਆ ਉਹ ਵਿਦੇਸ਼ੀ ਵਟਾਂਦਰੇ ਤੇ ਅਦਾਇਗੀਆਂ ਤੇ ਸੰਤੁਲਨ ਬਾਰੇ ਜਾਣਦਾ ਆ ਤੇ ਸਮਝਦਾ ਵੀ ਆ। ਅਸਲੀ ਵਿੱਤੀ ਮਾਮਲਿਆਂ ਤੇ ਅਰਥ ਸ਼ਾਸਤਰ ਨੂੰ ਵੀ ਸਮਝਦਾ ਆ। ਤੇ ਕਹਿੰਦਾ ਉਹ ਇਹ ਵੀ ਜਾਣਦਾ ਆ ਕਿ ਉਹ ਕਿਹੜੇ ਢੱਠੇ ਖੂਹ 'ਚ ਪੈਣ ਵਾਲਾ ਆ। ਕਹਿੰਦਾ ਉਹਦੇ ਨਾਲ ਗੱਲ ਕਰਨੀ ਇੱਦਾਂ ਸੀਗੀ ਜਿਵੇਂ ਤੁਸੀਂ ਕਿਸੇ ਬੈਂਕਰ ਨਾਲ ਗੱਲ ਕਰ ਰਹੇ ਹੋ। ਕਹਿੰਦਾ ਫਰਕ ਸਿਰਫ ਇਹੀ ਸੀ ਕਿ ਇਹਦੇ ਵਿੱਚ ਇੱਕ ਬੈਂਕਰ ਦੇ ਵਿੱਚ ਤੇ ਚੀ ਦੇ ਵਿੱਚ ਹੁੰਦਾ ਫਰਕ ਸਿਰਫ ਇਹੀ ਸੀ ਕਿ ਉਹ ਕੁੱਤੀ ਦਾ ਪੁੱਤ ਮਾਰਕਸਵਾਦੀ ਸੀ। ਹੁਣ ਇੱਥੇ ਆਪ ਸੁਣ ਕੇ ਜਾਂ ਪੜ੍ਹ ਕੇ ਤੁਹਾਨੂੰ ਉਹ ਬੋਲਣੇ ਤੇ ਤਾਂ ਗੁੱਸਾ ਸ਼ਾਇਦ ਆ ਰਿਹਾ ਹੋਊਗਾ, ਬਟ ਉਹਦੇ ਵਿੱਚ ਜਿਹੜੀ ਗੱਲ ਹੈ ਉਹਨੂੰ ਸੀ ਕਿ ਉਹ ਇਹ ਸਮਝ ਵੀ ਰੱਖਦਾ, ਉਹ ਸਮਝ ਵੀ ਰੱਖਦਾ, ਪਰ ਜਿਹੜੇ ਬੈਂਕਰ ਨੇ ਉਹ ਮਾਰਕਸਵਾਦੀ ਨਹੀਂ ਹੁੰਦੇ। ਇਸ ਕਰਕੇ ਉਹਨਾਂ ਨੂੰ ਸਰਮਾਏਦਾਰੀ ਜਿਹੜੀ ਆ ਉਹਨਾਂ ਦੇ ਨਾਲ ਉਹਨਾਂ ਨੂੰ ਤੋਰਨਾ, ਆਪਣੇ ਨਾਲ ਤੋਰਨਾ ਬਹੁਤ ਸੌਖਾ ਹੁੰਦਾ ਹੈ। ਲੋਕਾਂ ਦੀ ਲੁੱਟ ਕਰਨ ਦੇ ਵਿੱਚ ਉਹਨਾਂ ਨੂੰ ਭਾਈਵਾਲ ਬਣਾਉਣਾ ਬਹੁਤ ਸੌਖਾ ਆ, ਕਿਉਂਕਿ ਉਹ ਮਾਰਕਸਵਾਦੀ ਨਹੀਂ ਹੁੰਦੇ। ਪਰ ਹੁੰਦਾ ਵੀ ਉਹ ਮਾਰਕਸਵਾਦੀ ਵੀ ਸੀ। ਦੈਟ ਵਾਜ਼ ਦਾ ਡਿਫਰੈਂਸ। ਇਸੇ ਲਈ ਜਿਹੜੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਇਕੋਨਮੀ ਦੀ ਗੱਲ ਹੈ, ਜੇ ਕੁਛ ਵੀ ਆ ਜਿੱਥੇ ਵੀ ਚੱਲਦੀ ਆ, ਬੜੀ ਵਾਰੀ ਆਪਾਂ ਨੂੰ ਲੱਗਦਾ ਕਿ ਆਹ ਕੰਟਰੀ ਵਧੀਆ ਨੇ, ਫਲਾਣਾ ਕੰਟਰੀ ਵਧੀਆ, ਖਾਸ ਕਰ ਜਿਹੜੇ ਵੈਸਟਰਨ ਕੰਟਰੀ ਨੇ। ਮੈਂ ਆਸਟ੍ਰੇਲੀਆ 'ਚ ਰਹਿੰਦਾ, ਕੈਨੇਡਾ ਅਮਰੀਕਾ ਵਾਲੇ ਹੋਰ ਜਿਹੜੇ ਵੀ ਨੇ, ਉਹਨੂੰ ਲੱਗਦਾ ਕਿ ਆਹ ਵਧੀਆ ਸਹੂਲਤਾਂ ਨੇ, ਉਹ ਸਹੂਲਤਾਂ ਨੇ। ਪਰ ਜਦੋਂ ਤੁਸੀਂ ਸਰਮਾਏ ਵੱਲ ਨੂੰ ਜਾਂਦੇ ਹੋ, ਜਿਹੜੇ ਪੈਸੇ ਵੱਲ ਨੂੰ ਜਾਂਦੇ ਆ, ਜਿਹੜਾ ਲੋਕ ਉਹ ਕਾਹਦੇ ਲਈ ਵਰਤਿਆ ਜਾਂਦਾ, ਉਹ ਕਿਹਨਾਂ ਦੀ ਸੇਵਾ ਕਰਦਾ, ਸਰਮਾਏਦਾਰੀ ਕਿਹਨਾਂ ਦੀ ਸੇਵਾ ਕਰਦੀ ਹੈ। ਹਾਂ, ਉਹ ਤੁਹਾਨੂੰ ਇੱਥੇ ਤੇ ਇੰਡੀਆ ਨਾਲੋਂ ਥੋੜ੍ਹਾ ਫਰਕ ਹੈ ਕਿ ਇੱਥੇ ਤੁਹਾਨੂੰ ਥੋੜ੍ਹੀ ਚੰਗੀ ਹਾਲਤ ਵਿੱਚ ਰੱਖਦੇ ਨੇ, ਇੰਡੀਆ ਦੇ ਮੁਤਾਬਕ ਥੋੜ੍ਹੀ ਚੰਗੀ ਹਾਲਤ 'ਚ ਰੱਖਦੇ ਨੇ। ਬਟ ਜਿਹੜਾ ਪਾੜਾ ਆ, ਤੁਸੀਂ ਇੱਥੇ ਦੇਖਿਓ ਪਾੜਾ, ਇੱਥੇ ਵੀ ਗਰੀਬ ਤੇ ਅਮੀਰ ਦਾ ਜਿਹੜਾ ਪਾੜਾ ਆ ਉਹ ਵੱਧਦਾ ਜਾ ਰਿਹਾ, ਵੱਧਦਾ ਆ, ਘਟ ਨਹੀਂ ਰਿਹਾ, ਬਰਾਬਰ ਨਹੀਂ ਹੋ ਰਿਹਾ, ਉਹ ਵੱਧਦਾ ਪਿਆ। ਜਿਹੜੀ ਲੁੱਟ ਆ ਉਹਨੂੰ ਲੁੱਟ ਕਰਨ ਦਾ ਮੌਕਾ ਦਿੱਤਾ ਜਾਂਦਾ। ਚਾਹੇ ਕੋਵਿਡ ਦੇ ਸਮੇਂ ਦੀ ਦੇਖ ਲਿਓ, ਕੋਵਿਡ ਦੇ ਸਮੇਂ ਦੇ ਵਿੱਚ ਵੀ ਜਿਹੜੀਆਂ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ਨੇ, ਚਾਹੇ ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਕੋਈ ਹੋਰ ਕੰਟਰੀ ਹੋਣ, ਚਾਹੇ ਇੰਡੀਆ ਹੋਵੇ, ਉਹਨਾਂ ਦੀ ਜਿਹੜੀ ਲੁੱਟ ਤੇ ਆਮਦਨ ਜਿਹੜੀ ਆ ਉਹ ਵਧੀ ਆ, ਤੇ ਗਰੀਬਾਂ ਦੀ ਜਿਹੜੀ ਆ, ਜਿਹੜੀਆਂ ਮੱਧ ਵਰਗੀ ਵੀ ਕਹਿ ਸਕਦਾ ਮੈਂ, ਉਹਨਾਂ ਦੀ ਆਮਦਨ ਦੇ ਵਸੀਲੇ ਘਟੇ ਨੇ। ਤੇ ਆਉਣ ਵਾਲੇ ਸਮੇਂ ਵਿੱਚ ਇਹਦੀ ਜਿਹੜੀ ਮਾਰ ਆ ਹੋਰ ਜ਼ਿਆਦਾ ਦਿਸਣੀ ਆ, ਹਜੇ ਨਹੀਂ ਦਿਖ ਰਹੀ, ਉਹ ਦਿਸਣੀ ਆ। ਤੇ ਇਹਨਾਂ ਸਾਰੀਆਂ ਗੱਲਾਂ ਦੀ ਜਿਹੜੀ ਆ ਤੁਸੀਂ ਪਹਿਲਾਂ ਹੀ, ਜਿਹਨੂੰ ਭਵਿੱਖਬਾਣੀ ਕਹਿੰਦੇ ਆ, ਕਰਨੀ ਕਿ ਇੱਦਾਂ ਹੋ ਸਕਦਾ, ਇੱਦਾਂ ਹੋ ਸਕਦਾ, ਜੇ ਇਹ ਨਾ ਕੀਤਾ। ਇਹ ਕਰਨ ਦੀ ਜਿਹੜੀ ਸ਼ਕਤੀ ਆ
ਇਹ ਹਮੇਸ਼ਾ ਜਿਹੜੇ ਖੱਬੇ ਪੱਖੀ ਲੋਕ ਨੇ ਦੁਨੀਆ 'ਚ ਜਿੱਥੇ ਮਰਜ਼ੀ ਰਹਿੰਦੇ ਨੇ, ਉਹ ਹਮੇਸ਼ਾ ਪਹਿਲਾਂ ਹੀ ਇਸ ਬਾਰੇ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਦੇਖਿਓ ਲੋਕੋ, ਦੇਖਿਓ ਆਹ ਹੋ ਜਾਣਾ, ਉਹ ਹੋ ਜਾਣਾ, ਇਹ ਹੋ ਜਾਣਾ। ਤੇ ਬੜੀ ਵਾਰ ਮੈਂ ਦੇਖਿਆ, ਮੈਂ ਆਪਣੀ ਸੁਰਤ ਵਿੱਚ ਵੀ ਦੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਕਾਮੇਡੀਆਂ ਦੇ ਡਰਾਮੇ ਆਉਂਦੇ ਸੀ, ਉੱਥੇ ਉਹ ਕਹਿੰਦੇ ਹੁੰਦੇ ਸੀਗੇ ਜਦੋਂ 90 'ਚ ਡੰਕਲ ਤਜਵੀਜ਼ਾਂ ਗੈਟ ਸਮਝੌਤੇ ਹੋ ਰਹੇ ਸੀਗੇ ਕਿ ਲੋਕੋ ਆ ਜੋ ਹੋ ਰਿਹਾ ਇਹ ਬਹੁਤ ਮਾੜਾ ਹੋ ਰਿਹਾ, ਇਹਦੇ ਨਤੀਜੇ ਬਹੁਤ ਘਾਤਕ ਨਿਕਲਣੇ ਨੇ। ਬਹੁਤ ਰਾਸ਼ਟਰੀ ਕੰਪਨੀਆਂ ਜਿਹੜੀਆਂ ਇੰਡੀਆ 'ਚ ਆਉਣਗੀਆਂ, ਉਹ ਇੱਥੋਂ ਦੇ ਹੀ ਜਿਹੜੀਆਂ ਆਪਣੇ ਜਿਹੜੇ ਕੁਦਰਤੀ ਜਿਹੜੇ ਹੈਗੇ ਰਿਸੋਰਸ ਸਾਧਨ, ਉਹਨਾਂ ਦੇ ਰਾਹੀਂ ਸਾਨੂੰ ਲੁੱਟਣਗੀਆਂ। ਉਹ ਆਪਣੇ ਜੇਬਾਂ ਭਰਨਗੀਆਂ, ਤੁਹਾਡੀ ਲੁੱਟ ਕਰਨਗੀਆਂ ਤੇ ਇੱਕ ਦਿਨ ਤੁਹਾਡੇ ਚੁੱਲ੍ਹੇ ਤੱਕ ਪਹੁੰਚਣਗੀਆਂ। ਤੇ ਉਹ ਜਿਹੜੇ ਇਸ ਪਾਸੇ ਨੂੰ ਧਿਆਨ ਨਹੀਂ ਦਿੰਦੇ ਜਾਂ ਜਿਹਨਾਂ ਨੂੰ ਲੱਗਦਾ ਕਿ ਤਾਂ ਕਾਮੇਡੀਆਂ ਦਾ ਥੋੜ੍ਹਾ ਦਿਮਾਗ ਖਰਾਬ ਹੈ, ਲੱਗੇ ਰਹਿੰਦੇ ਨੇ ਜਿੰਦਾਬਾਦ ਮੁਰਦਾਬਾਦ ਕਰਨ, ਉਹ ਮਜ਼ਾਕ ਉਡਾਉਂਦੇ ਹੁੰਦੇ ਸੀ। ਉਹਨੂੰ ਲੈ ਕਾਮੇਡੀਆਂ ਨੂੰ ਤਾਂ ਹੋਰ ਕੋਈ ਗੱਲ ਹੀ ਨਹੀਂ ਆਉਂਦੀ, ਬਸ ਇਹਨਾਂ ਦਾ ਤਾਂ ਹਰ ਗੱਲ 'ਚ ਵਿਰੋਧ ਕਰਨਾ ਹੁੰਦਾ। ਤੇ ਉਹ ਅੱਜ ਉਹ ਗੱਲਾਂ ਜਿਹੜੀਆਂ ਨੇ ਹੁਣ ਜਿਹੜੇ ਲੋਕ ਮਾਰੂ ਬਿੱਲ ਹੈ, ਮੈਂ ਉਹਨਾਂ ਨੂੰ ਲੋਕ ਮਾਰੂ ਬਿੱਲ ਜ਼ਿਆਦਾ ਕਹਿੰਦਾ ਕਿਸਾਨ ਬਿੱਲ ਨਾਲੋਂ, ਉਹਨਾਂ ਨੇ ਉਹ ਗੱਲ ਸਾਬਤ ਕਰਤੀ ਹੈ, ਤੁਹਾਡੇ ਚੁੱਲ੍ਹੇ ਤੱਕ ਉਹ ਪਹੁੰਚ ਗਏ ਨੇ। ਤੇ ਹੁਣ ਜਦੋਂ ਚੁੱਲ੍ਹਿਆਂ ਤੱਕ ਪਹੁੰਚੇ ਨੇ ਤਾਂ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੰਗ ਕਿੰਨੀ ਔਖੀ ਹੋ ਗਈ ਆ। ਸਾਲ ਤੋਂ ਉੱਥੇ ਵੱਜੇ ਬੈਠੇ ਆ, ਕਿਸੇ ਸਿਰੇ ਨਹੀਂ ਲੱਗਦੀ। ਜੇ ਇਹ ਜੰਗ 90 ਤੋਂ ਸ਼ੁਰੂ ਕੀਤੀ ਹੁੰਦੀ, ਉਸ ਮੌਕੇ ਜ਼ੋਰ ਨਾਲ ਲੜੀ ਹੁੰਦੀ, ਤੇ ਅੱਜ ਆਹ ਨੌਬਤ ਨਹੀਂ ਆਈ ਹੁੰਦੀ। ਇਸ ਲਈ ਜਦੋਂ ਕਹਿੰਦੇ ਨੇ ਉਹਨਾਂ ਗੱਲਾਂ ਨੂੰ ਨਾ ਮੰਨੋ, ਪਰ ਘੱਟੋ ਘੱਟ ਦਿਮਾਗ ਦੇ ਖਾਨੇ 'ਚ ਥੋੜ੍ਹੀ ਜਿਹੀ ਪਾਓ ਤੇ ਸੋਚੋ, ਆਪਣੀ ਬੁੱਧੀ ਨਾਲ ਸੋਚੋ ਉਹਨੂੰ ਕਿ ਕਿਉਂ ਕਹਿ ਰਹੇ ਨੇ, ਕੀ ਰੀਜ਼ਨ ਆ। ਉਹਦੇ ਪਿੱਛੇ ਕੋਈ ਰੀਜ਼ਨ ਹੁੰਦੇ ਨੇ। ਜਦੋਂ ਕਹਿੰਦੇ ਨੇ ਜ਼ਰੂਰ ਪੜ੍ਹਿਆ ਕਰੋ ਜੀ। ਦਸੰਬਰ 1964 ਦੇ ਵਿੱਚ ਯੂਨਾਈਟਿਡ ਨੇਸ਼ਨ ਦੀ ਜਿਹੜੀ 19ਵੀਂ ਮਹਾਸਭਾ ਹੋਈ ਸੀ, ਉਹਦੇ ਵਿੱਚ ਚੇ ਗੁਵੇਰਾ ਨੂੰ ਕਿਊਬਨ ਡੈਲੀਗੇਸ਼ਨ ਦੇ ਨਾਲ ਵਜੋਂ ਨਾ ਨਿਊਯਾਰਕ ਜਿਹੜਾ ਜਾਣ ਦਾ ਮੌਕਾ ਮਿਲਿਆ ਸੀ। ਤਾਂ ਉਹਨਾਂ ਨੇ ਉਸ ਸਭਾ ਨੂੰ ਸੰਬੋਧਨ ਵੀ ਕੀਤਾ ਤੇ ਉਸ ਸਭਾ ਦੇ ਵਿੱਚ ਉਹਨੇ ਸਪਸ਼ਟ ਕਿਹਾ ਸੀ ਕਿ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਆਹ ਜਿਹੜੀ ਅਸੈਂਬਲੀ ਆ, ਜਿਹੜਾ ਇਕੱਠ ਆ, ਇਹ ਆਪਣੀ ਢਿੱਲ-ਮੱਧ ਦੀ ਨੀਤੀ ਤੇ ਅੱਗੇ ਵਧੇ। ਪਰ ਸਾਮਰਾਜ ਇਹ ਚਾਹੁੰਦਾ ਆ ਕਿ ਇਹ ਜਿਹੜੀ ਮੀਟਿੰਗ ਹੈ ਵਿਸ਼ਵ ਦੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਲੱਭਣ ਦੀ ਥਾਂ ਮੰਤਵਹੀਣ ਜਾਣਕਾਰੀ ਦਾ ਜਿਹੜਾ ਟੂਰਨਾਮੈਂਟ ਜਿਹੜਾ ਬਣ ਜਾਵੇ। ਤੇ ਸਾਨੂੰ ਇਸ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਆ। ਅਸੀਂ ਸਮਾਜਵਾਦ ਉਸਾਰਨਾ ਚਾਹੁੰਦੇ ਹਾਂ। ਅਸੀਂ ਆਪਣੇ ਆਪ ਨੂੰ ਉਹਨਾਂ ਦੇ ਸਮਰਥਕ ਐਲਾਨਦੇ ਹਾਂ ਜੋ ਅਮਨ ਲਈ ਜਦੋਜਹਿਦ ਕਰ ਰਹੇ ਨੇ। ਤੇ ਅਸੀਂ ਐਲਾਨ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਨਿਰਪੱਖ ਦੇਸ਼ਾਂ ਵਿੱਚ ਸਮਝਦੇ ਹਾਂ, ਭਾਵੇਂ ਅਸੀਂ ਮਾਰਕਸਵਾਦੀ ਲੈਨਨਵਾਦੀ ਹਾਂ, ਕਿਉਂਕਿ ਨਿਰਪੱਖ ਦੇਸ਼ ਜਿਹੜੇ ਆ ਉਹ ਵੀ ਸਾਮਰਾਜ ਦੇ ਖਿਲਾਫ ਲੜ ਰਹੇ ਨੇ। ਤੇ ਅਸੀਂ ਅਮਨ ਚਾਹੁੰਦੇ ਹਾਂ ਤੇ ਆਪਣੇ ਦੇਸ਼ਾਂ ਲਈ ਚੰਗੇਰਾ ਜੀਵਨ ਜਿਹੜਾ ਉਹ ਉਸਾਰਨਾ ਚਾਹੁੰਦੇ ਹਾਂ। ਇਹ ਫਰਕ ਹੁੰਦਾ ਜਦੋਂ ਕੋਈ ਚੰਗੀ ਸੋਚ ਵਾਲੇ ਲੋਕ ਜਿਹੜੇ ਨੇ ਉਹ ਕਿਸੇ ਕੰਟਰੀ ਦੀ ਅਗਵਾਈ ਕਰਦੇ ਨੇ, ਉਹਨਾਂ ਨੂੰ ਜਿੱਥੇ ਵੀ ਜਾ ਕੇ ਆਪਣੀ ਗੱਲ ਕਰਨ ਦਾ ਮੌਕਾ ਮਿਲੇ, ਉਹ ਗੱਲ ਜਿਹੜੀ ਆ ਆਪਣੀ ਉੱਥੋਂ ਦੇ ਲੋਕਾਂ ਤੱਕ, ਉੱਥੋਂ ਦੇ ਮੀਡੀਆ ਤੱਕ ਜਾਂ ਹੋਰ ਜਿਹੜੀਆਂ ਵੀ ਸੰਸਥਾਵਾਂ ਨੇ ਉਹਨਾਂ ਤੱਕ ਪਹੁੰਚਾਉਂਦੇ ਨੇ ਤੇ ਪਹੁੰਚਾਉਣੀ ਚਾਹੀਦੀ ਆ। ਤੇ ਆਪਾਂ ਇੱਥੋਂ ਛੋਟੇ ਛੋਟੇ ਉਪਰਾਲੇ ਕਰ ਰਹੇ ਹੁਣ ਪਿਛਲੇ ਸਮੇਂ ਤੋਂ ਕਿ ਅਸੀਂ ਇਹਨਾਂ ਦਿਨਾਂ ਦੇ ਉੱਤੇ ਉਹਨਾਂ ਦੀਆਂ ਕੁਛ ਗੱਲਾਂ, ਕੁਛ ਇਹੋ ਜਿਹੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਰਹੀਏ, ਤਾਂ ਕਿ ਆਉਣ ਵਾਲੇ ਆਪਣੀਆਂ ਜਿਹੜੀਆਂ ਨਸਲਾਂ ਨੇ ਤੇ ਹੋਣ ਵਾਲੀਆਂ ਵੀ, ਤੇ ਉਹ ਉਹਨਾਂ ਤੋਂ ਕੁਛ ਸਿੱਖਿਆ ਲੈਂਦੇ ਰਹਿਣ ਤੇ ਇਸ ਕਾਰਜ ਨੂੰ ਅੱਗੇ ਤੋਰ ਸਕਣ। ਤੇ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ। ਤੇ ਜੇ ਚੰਗੀਆਂ ਲੱਗ ਰਹੀਆਂ ਨੇ ਗੱਲਾਂ ਬਾਤਾਂ ਤੇ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰਿਓ। ਤੇ ਜਿਹੜਾ ਸਾਡਾ YouTube ਚੈਨਲ ਹੈਗਾ ਰੈਡੀਕਲ ਵੌਇਸ, ਇਹਨੂੰ ਜੇ ਤੁਸੀਂ ਸਬਸਕ੍ਰਾਈਬ ਕਰ ਦਿੰਦੇ ਹੋ ਤੇ ਵਧੀਆ ਗੱਲ ਹੈਗੀ ਆ, ਕਿਉਂਕਿ ਉਹਦੇ ਨਾਲ ਥੋੜ੍ਹਾ ਹੌਸਲਾ ਮਿਲਦਾ ਰਹਿੰਦਾ ਕਿ ਹੋਰ ਲੱਗੇ ਰਹੀਏ, ਅੱਗੇ ਲੱਗੇ ਰਹੋ ਹੋਰ ਨਾ। ਤੇ ਨਹੀਂ ਵੀ ਹੋਵੇ ਤਾਂ ਲੱਗੇ ਤਾਂ ਆਪਾਂ ਵੈਸੇ ਵੀ ਰਹਿਣਾ, ਇਹ ਕੋਈ ਬੰਦਿਸ਼ ਨਹੀਂ ਹੈਗੀ ਇਹ। ਪਰ ਹਾਂ, ਸ਼ੇਅਰ ਜ਼ਰੂਰ ਕਰਿਓ ਇਹਨੂੰ ਅੱਗੇ, ਤਾਂ ਕਿ ਲੋਕਾਂ ਤੱਕ ਜੇ ਕੋਈ ਅੱਗੇ ਤੋਂ ਤੁਸੀਂ ਕੋਈ ਖਾਸ ਕਿਸੇ ਟੌਪਿਕ ਦੇ ਉੱਤੇ ਚਾਹੁੰਦੇ ਆਪਾਂ ਗੱਲ ਕਰੀਏ, ਉਹ ਵੀ ਸੁਨੇਹਾ ਦੇ ਸਕਦੇ ਹਾਂ। ਅਤੇ ਆਪਾਂ ਕੋਸ਼ਿਸ਼ ਕਰਾਂਗੇ ਉਹਦੇ 'ਤੇ ਵੀ ਕਰ ਲਈਏ। ਅੱਜ ਲਈ ਇੰਨਾ ਹੀ।
ਓਕੇ, ਧੰਨਵਾਦ। ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਧੰਨਵਾਦ।